घर घर खाण नूं दाणे दे देगा। ओ पुत्रा जे करांगे तां ओ भगवान देगा। तू माला लैके बैठा रहना है, कोई काम कार कर लिया कर। घर विच एक पुत्र सी, एक पुत्री सी, कबीर साहब दे अगे घर वाली भी इहो जी, वो भी भजन बंदगी करने वाली। मां बड़ी तंग हुई, कहंदी भी पहले तो इकल्ला ही सी, हुण इह नाल जिहड़ी सहेड़ के लिआंदी आ ओ कहंदी सी मां भी ओ भी इदां दी बच्चे भी नहीं घूरदे। कबीरिया तेरा की बनेगा? इन्हां ने कह देना मां तू चिंता ना करया कर, चिंता वो करतार नूं है, ओ करतार नूं चिंता है साडी, सानू कादी चिंता है? जिवें मां प्यो नूं अपने बच्चों की चिंता हुंदी है, ऐदां ही कबीर साहब कहंदे ओ साडे अकाल पुरख साडा परमात्मा मां है, ओही बाप है, ओनू फिकर है, ओदी साजे होए हैं। रोज कहते मां ने डांटना, ऐदां ही समा लंघदा गया, बच्चे जवान हो गए। कबीर साहब दी पुत्री जवान हो गई, मां ने आख्या पुत्र हुण धी भी जवान हो गई है, इहदा भी ते ब्याह करना है आपां ने, ऐदां किवें झट लगेगी? कहंदे कई बारी ना कबीर साहब ने ये दुनिया के ताने मेहणियां तो दुखी होकर परमात्मा के चरणों में बेनती करन लग जाना, भावुक होके। पता की कहंदे हुंदे सन कबीर साहब कहंदे, हे परमात्मा चट किथे गुजारा मालिका दुनिया टिकण ना देवे, किथे गुजारा मालिका दुनिया टिकण ना देवे, चट किथे गुजारा दुनिया टिकण ना देवे। बोलो भैन हाँ चट किथे गुजारा मैं मालिका दुनिया टिकण ना देवे, किथे गुजारा मैं मालिका दुनिया टिकण ना देवे। दुनिया टिकण ना देवे, 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 दुनिया टिकण ना, दुनिया टिकण ना देवे, 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 किथे गुजारा चट किथे गुजारा मालिका दुनिया टिकण ना देवे, किथे गुजारा मालिका दुनिया टिकण ना देवे, मालिका दुनिया टिकण ना देवे, मालिका दुनिया टिकण ना देवे।
ਅਟਕਣ ਨਾ ਦੇ ਮਾਲਕਾ ਦੁਨੀਆ ਅਟਕਣ ਨਾ ਦੇ। ਵੀਰ ਸਾਹਿਬ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨੀ, ਸੱਚੇ ਪਾਤਸ਼ਾਹ ਇਹ ਦੁਨੀਆ ਬੜਾ ਕੁਝ ਕਹਿੰਦੀ ਹੈ। ਮਾਂ ਨੂੰ ਕਦੇ ਆਖਣਾ ਕਹਿੰਦੇ ਵਾਹ ਆ ਤੇਰਾ ਪੁੱਤ ਕਬੀਰ ਆ ਵਿਗੜ ਗਿਆ ਇਹ ਕੰਮ ਨਹੀਂ ਕਰਦਾ। ਮਾਂ ਵੀ ਕਹਿੰਦੀ ਵਾਕਈ ਭਾਈ ਵਿਗੜ ਗਿਆ ਮੇਰਾ ਕਬੀਰ, ਇਹ ਤੇ ਰੋਜ਼ ਮਾਲਾ ਲੈ ਕੇ ਬੈਠਾ ਰਹਿੰਦਾ। ਮਾਂ ਕਹਿੰਦੇ ਇਹਨੂੰ ਘੂਰਿਆ ਕਰ। ਮਾਤਾ ਨੇ ਆਖਣਾ ਕਿ ਮੈਂ ਤੇ ਬੜਾ ਘੂਰਦੀ ਆ, ਪਤਾ ਨਹੀਂ ਕੀ ਗੱਲ ਹੈ, ਪਤਾ ਨਹੀਂ ਰੱਬ ਇਹਨੂੰ ਕੀ ਖਾਣ ਨੂੰ ਦੇਵੇਗਾ। ਭਲੇਖਾ ਸੀ ਪਿਆਰਿਆ। ਇੱਕ ਦਿਨ ਨਾ ਕਬੀਰ ਸਾਹਿਬ ਦੀ ਪੁੱਤਰੀ ਜੋ ਵਿਆਹਣ ਯੋਗ ਸੀ, ਇਹਦਾ ਵਿਆਹ ਰੱਖ ਦਿੰਦੇ ਆ ਪਰਿਵਾਰ, ਵਿਆਹ ਰੱਖ ਦਿੱਤਾ। ਹੁਣ ਘਰ ਵਿੱਚ ਧੀ ਦਾ ਵਿਆਹ ਆ ਤੇ ਕਹਿੰਦੇ ਕਬੀਰ ਸਾਹਿਬ ਨੂੰ ਫੇਰ ਕੋਈ ਫਿਕਰ ਨਹੀਂ, ਇਹ ਫਿਰ ਉਹੀ ਰੋਜ਼ਾਨਾ ਵਾਲੀ ਰੁਟੀਨ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਬੀਰ ਸਾਹਿਬ ਦਾ ਤੇ ਕਰਮ ਇਹੀ ਸੀ ਪਰਮਾਤਮਾ ਦਾ ਨਾਮ ਜਪਣਾ। ਹੁਣ ਵਿਆਹ ਦੇ ਦਿਨ ਰੱਖੇ ਹੋਏ ਆ ਤੇ ਸਾਧ ਸੰਗਤ ਘਰ ਵਿੱਚ ਫਿਕਰ ਪੈ ਗਿਆ, ਮਾਂ ਜ਼ਿਆਦਾ ਫਿਕਰ ਕਰਦੀ ਹੈ। ਇੱਕ ਦਿਨ ਨਾ ਮਾਂ ਨੇ ਕਹਿਣਾ ਕੀਤਾ, ਕਹਿੰਦੀ ਕਬੀਰਾ ਉਹ ਤੂੰ ਹੋਰ ਤਾਂ ਕੁਝ ਨਹੀਂ ਕਰਨਾ, ਤੂੰ ਆਪਣੇ ਵਿਆਹ ਬੱਚੀ ਦੇ ਵਿਆਹ ਵਾਸਤੇ ਆਪਣੇ ਕੱਪੜੇ ਤਿਆਰ ਕਰਵਾ ਲੈ, ਕੋਈ ਸੋਹਣਾ ਸੁੰਦਰ ਚੋਲਾ ਹੀ ਸਮਾ ਲੈ। ਵਿਆਹ ਵਿੱਚ ਕਿਹੜੇ ਕੱਪੜੇ ਪਾਏਗਾ, ਤੂੰ ਕੱਪੜੇ ਸੋਹਣੇ ਸਮਾ ਲੈ, ਜੋ ਹੋਰ ਨਹੀਂ ਕੁਝ ਕਰਨਾ। ਕਬੀਰ ਸਾਹਿਬ ਫਿਰ ਕਹਿੰਦੇ ਇੱਕ ਦਿਨ ਨਾ ਮਾਂ ਨੇ ਘਰ ਵਿੱਚ ਹੱਥੀਂ ਤਿਆਰ ਕੀਤਾ ਹੋਇਆ ਸੀ ਖੱਦਰ ਦਾ ਥਾਨ, ਖੱਦਰ ਦਾ ਥਾਨ ਤਿਆਰ ਕੀਤਾ ਹੋਇਆ ਵੱਡਾ ਸਾਰਾ। ਕਹਿੰਦੇ ਮਾਂ ਨੇ ਕਬੀਰ ਨੂੰ ਦੇ ਦਿੱਤਾ, ਕਹਿੰਦੀ ਆਏ ਕਰ ਪੁੱਤਰਾ, ਲੈ ਆਏ ਕਰ ਆ ਥਾਨ ਲੈ ਜਾ, ਇਹ ਥਾਨ ਵੇਚ ਵੱਟ ਕੇ ਜੋ ਪੈਸੇ ਮਿਲਣਗੇ ਉਹਦਾ ਇੱਕ ਸੋਹਣਾ ਆਪਣਾ ਕੋਈ ਕੱਪੜਾ ਬਣਾ ਲਈ ਤੇ ਨਾਲ ਬੱਚੀ ਵਾਸਤੇ ਬਣਾ ਲਈ ਕੁਝ। ਐਵੇਂ ਨਾ ਸਸਤੇ ਭਾਵੇਂ ਚਾਈ, ਦੇਖੀ ਕਿਤੇ ਸਸਤੇ ਭਾਣਾ ਲੁਟਾਈ। ਸਤ ਵਚਨ ਮਾਤਾ ਕਹਿੰਦੇ ਕਬੀਰ ਸਾਹਿਬ ਥਾਨ ਲੈ ਕੇ ਤੁਰੇ ਜਾਂਦੇ ਸਨ, ਤੁਰੇ ਜਾਂਦੇ ਸ਼ਹਿਰ ਵੱਲ। ਰਸਤੇ ਵਿੱਚ ਇੱਕ ਸਾਧੂ ਮਿਲ ਜਾਂਦਾ, ਭਗਮਾ ਬਾਣਾ ਤੇ ਸਾਧ ਸੰਗਤ ਭਗਮਾ ਬਾਣਾ ਪਹਿਨਿਆ ਹੋਇਆ ਤੇ ਕਬੀਰ ਸਾਹਿਬ ਨੂੰ ਰੋਕ ਲੈਂਦੇ, ਭਾਈ ਮੈਂ ਕਬੀਰ ਦੇ ਘਰ ਜਾਣਾ। ਕਬੀਰ ਸਾਹਿਬ ਨੂੰ ਪੁੱਛਦੇ ਆ, ਭਾਈ ਮੈਂ ਕਬੀਰ ਦੇ ਜਾਣਾ। ਉਹ ਕਹਿੰਦਾ ਜੀ ਤੁਸੀਂ, ਕਬੀਰ ਸਾਹਿਬ ਆਪ ਸਨ, ਕਹਿੰਦਾ ਮਨ ਵਿੱਚ ਸੋਚਿਆ ਵੀ ਇਹਨਾਂ ਨੇ ਕਬੀਰ ਕੋਲ ਕੀ ਕਰਨ ਜਾਣਾ ਹੈ। ਕਹਿੰਦਾ ਜੀ ਤੁਸੀਂ ਕਬੀਰ ਕੋਲ ਕੀ ਲੈਣ ਜਾਣਾ ਹੈ। ਉਹ ਕਹਿੰਦੇ ਵੀ ਸੁਣਿਆ ਵੀ ਕਬੀਰ ਦਾਨ ਬਹੁਤ ਕਰਦਾ ਹੈ। ਉਹ ਕਹਿੰਦਾ ਜੀ ਤੁਸੀਂ ਕੀ ਲੈਣ ਜਾਣਾ ਹੈ, ਤੁਸੀਂ ਕੀ ਲੈਣਾ ਦਾਨ ਵਿੱਚ। ਉਹ ਮਹਾਤਮਾ ਕਹਿੰਦੇ ਵੀ ਸਿਆਲ ਦੀ ਰੁੱਤ ਹੈ, ਕੋਈ ਮੋਟਾ ਕੱਪੜਾ ਲੈ ਕੇ ਆਉਣਾ, ਕੋਈ ਚੋਲੇ ਵਾਸਤੇ, ਵੀ ਕੋਈ ਚੋਲੇ ਵਾਸਤੇ ਕੱਪੜਾ ਲੈ ਕੇ ਆਉਣਾ ਕਬੀਰ ਤੋਂ। ਇਹ ਕਹਿੰਦੇ ਜੀ ਜੇ ਮੈਂ ਹੀ ਦੇ ਦਿਆਂ ਤੁਹਾਨੂੰ ਚੋਲੇ ਵਾਸਤੇ ਕੱਪੜਾ। ਉਹ ਕਹਿੰਦਾ ਜੀ ਤੁਸੀਂ ਦੇ ਦਿਓ। ਕਬੀਰ ਸਾਹਿਬ ਨੇ ਜੋ ਮਾਂ ਨੇ ਦਿੱਤਾ ਸੀ ਨਾ ਥਾਨ, ਉਹਦੇ ਵਿੱਚੋਂ ਹੀ ਪਾਟ ਕੇ ਚੋਲੇ ਜਿੰਨਾ ਕੱਪੜਾ ਦੇ ਦਿੱਤਾ। ਉਹ ਫਕੀਰ ਫੇਰ ਪੁੱਛਦਾ ਸਾਧੂ, ਕਹਿੰਦਾ ਵੀ ਮੈਨੂੰ ਘਰ ਦੱਸ, ਘਰ ਕਿੱਥੇ। ਤੇ ਸਾਧ ਸੰਗਤ ਉਹ ਕਹਿੰਦਾ ਜੀ ਤੁਹਾਨੂੰ ਚੋਲੇ ਦੀ ਲੋੜ ਸੀ, ਅਸੀਂ ਤੁਹਾਨੂੰ ਕੱਪੜਾ ਮੈਂ ਦੇ ਦਿੱਤਾ ਹੈ, ਹੁਣ ਤੁਸੀਂ ਕੀ ਕਰਨਾ ਹੈ। ਉਹ ਕਹਿੰਦਾ ਮੈਂ ਉਹ ਤੋਂ ਵੀ ਲੈ ਕੇ ਆਉਣਾ ਜਾ ਕੇ, ਜਿਹੜੀ ਉਹਦੀ ਸੇਵਾ ਹੈ ਉਹ ਸੇਵਾ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਜੇ ਮੈਂ ਹੀ ਤੈਨੂੰ ਆ ਸਾਰੇ ਥਾਨ ਦੇ ਦਿਆਂ ਫਿਰ ਤਾਂ ਨਹੀਂ ਜਾਣਾ ਕਬੀਰ ਕੋਲ। ਕਹਿੰਦਾ ਵੀ ਫੇਰ ਨਹੀਂ ਮੈਂ ਜਾਂਦਾ।
ਸੰਗਤੇ ਕਹਿੰਦੇ ਉਹ ਥਾਨ ਹੀ ਦੇ ਦਿੱਤਾ ਕਬੀਰ ਸਾਹਿਬ ਨੇ ਉਸ ਮਹਾਤਮਾ ਨੂੰ। ਮਹਾਤਮਾ ਉਹ ਥਾਨ ਲੈ ਕੇ ਚਲਾ ਗਿਆ। ਹੁਣ ਕਬੀਰ ਸਾਹਿਬ ਗਏ ਸੀ ਆਪਣਾ ਸੋਹਣਾ ਚੋਲੇ ਦਾ ਵਸਤਰ ਲੈਣ ਵਾਸਤੇ, ਕੱਪੜਾ ਲੈਣ ਵਾਸਤੇ। ਹੁਣ ਸੋਚਦਾ ਵੀ ਮਨਾ ਇਹ ਸਾਰਾ ਥਾਨ ਆਪਣੇ ਹੁਣ ਸਾਧੂ ਮਹਾਤਮਾ ਨੂੰ ਦੇ ਦਿੱਤਾ ਹੈ, ਹੁਣ ਘਰ ਕਿਵੇਂ ਜਾਵਾਂ। ਹੁਣ ਘਰ ਜਾਣ ਦੀ ਸੋਚ ਪੈ ਗਈ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਤੋਰਿਆ ਮਹਿਤਾ ਕਲਿਆਣ ਦਾਸ ਜੀ ਨੇ 20 ਰੁਪਏ ਦੇ ਕੇ ਵੀ ਨਾਨਕ ਜੀ ਆ 20 ਰੁਪਏ ਲੈ ਜਾਓ, ਕੋਈ ਖਰਾ ਸੌਦਾ ਕਰਕੇ ਆਓ। ਤੇ ਸਾਧ ਸੰਗਤ ਉਹ ਖਰਾ ਸੌਦਾ ਕੀ ਕੀਤਾ ਸੀ ਆਪਾਂ ਜਾਣਦੇ ਹਾਂ ਸਾਰੇ। ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਵਾਪਸ ਆ ਗਏ ਸਨ। ਫਿਰ ਮਹਾਰਾਜ ਘਰੇ ਮਰਦਾਨਾ ਆਉਂਦਾ ਕੱਲਾ। ਮਹਾਰਾਜ ਆਪ ਕਿਸੇ ਮੋਟਰ ਤੇ ਜਾ ਕੇ ਬਹਿ ਗਏ। ਪਿਤਾ ਜੀ ਪੁੱਛਦੇ ਆ ਮਰਦਾਨਿਆ ਤੇਰਾ ਸਾਥੀ ਕਿੱਥੇ ਹੈ? ਉਹ ਤੁਹਾਨੂੰ ਸੌਦਾ ਕਰਨ ਵਾਸਤੇ ਭੇਜਿਆ ਸੀ। ਸੌਦਾ ਕਰਨ ਵਾਸਤੇ ਭੇਜਿਆ ਸੀ, ਕਿੱਥੇ ਆਓ? ਕੀ ਸੌਦਾ ਕਰਕੇ ਆਏ ਹੋ? ਮਰਦਾਨਾ ਜੀ ਕਹਿੰਦੇ ਨੀਵੀਂ ਪਾ ਕੇ ਖੜ ਗਏ। ਨੀਵੀਂ ਪਾ ਕੇ ਖੜੇ। ਪਿਤਾ ਜੀ ਕਹਿੰਦੇ ਮੈਂ ਪੁੱਛਦਾ ਉਹ 20 ਰੁਪਏ ਦੇ ਕੇ ਤੁਹਾਨੂੰ ਸੌਦਾ ਕਰਨ ਵਾਸਤੇ ਭੇਜਿਆ ਸੀ। ਤੇ ਸਾਧ ਸੰਗਤ ਮਰਦਾਨਾ ਜੀ ਕਹਿੰਦੇ ਡਰਦੇ ਡਰਦੇ ਕਹਿੰਦੇ ਆ ਪਿਤਾ ਜੀ ਉਹ 20 ਰੁਪਏ ਦਾ ਤਾਂ ਸਾਧੂ ਮਿਲ ਗਏ ਸੀ, ਭੋਜਨ ਛਕਾ ਦਿੱਤਾ ਉਹਨਾਂ ਨੂੰ, ਭੁੱਖੇ ਸਨ। ਪਿਤਾ ਜੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਹੈ। ਤੇ ਸਾਧ ਸੰਗਤ ਪਿਤਾ ਜੀ ਕਹਿੰਦੇ ਗੁੱਸੇ ਵਿੱਚ ਆ ਕੇ ਕਹਿੰਦੇ ਓਏ ਕਦੇ ਤਾਂ ਕੋਈ ਚੰਗਾ ਕਰਮ ਕਰ ਲਓ, ਕਦੇ ਤਾਂ ਕੋਈ ਚੰਗਾ ਕਰਮ ਕਰ ਲਓ। ਪਰ ਕੀ ਜਾਣਦੇ ਸਨ ਵੀ ਜਿਹੜੀ ਇਹ ਅੱਜ ਹੱਟ ਖੁੱਲੀ ਹੈ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਖੁੱਲ ਗਈ ਬਾਬੇ ਨਾਨਕ ਦੀ, ਹੱਟ 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 ਖੁੱਲ ਗਈ ਬਾਬੇ ਨਾਨਕ ਦੀ, ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਖੁੱਲ ਗਈ ਬਾਬੇ ਨਾਨਕ ਦੀ। ਸੌਦਾ ਲੈਣ ਨਸੀਬਾਂ ਵਾਲੇ, ਸੌਦਾ ਲੈਣ ਨਸੀਬਾਂ ਵਾਲੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਸੌਦਾ ਲੈਣ ਨਸੀਬਾਂ ਵਾਲੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਸੌਦਾ ਲੈਣ ਨਸੀਬਾਂ ਵਾਲੇ ਜੀ, ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਸੌਦਾ ਲੈਣ ਨਸੀਬਾਂ ਵਾਲੇ, ਲੈਣ ਨਸੀਬਾਂ ਵਾਲੇ, ਹੱਟ ਖੁੱਲ ਗਈ ਬਾਬੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਸੌਦਾ ਲੈਣ ਨਸੀਬਾਂ ਵਾਲੇ ਜੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਖੁੱਲ ਗਈ ਬਾਬੇ ਨਾਨਕ ਦੀ, ਸੌਦਾ ਲੈਣ ਨਸੀਬਾਂ ਵਾਲੇ ਜੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਬਾਬੇ ਨੇ ਤੇਰਾ ਤੋਲਿਆ, 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 ਆ ਤੇਰਾ ਤੇਰਾ ਹੋਈ, ਤੇਰਾ ਤੇਰਾ ਹੋਈ,
ਭੁੱਲ ਗਈ ਬਾਤ ਹੱਥ ਭੁੱਲ ਗਈ ਬਾਤ ਅੱਜ ਤੇਰਾ ਤੇਰਾ ਹੋ ਗਈ ਹੱਥ ਭੁੱਲ ਗਈ ਬਾਬੇ ਨਾਨਕ ਦੀ ਹੱਥ ਭੁੱਲ ਗਈ ਬਾਬੇ ਅੱਜ ਤੇਰਾ ਤੇਰਾ ਹੋ ਗਈ ਹੱਥ ਭੁੱਲ ਗਈ ਬਾਬੇ ਨਾਨਕ ਦੀ ਹੱਥ ਭੁੱਲ ਗਈ ਬਾਬੇ ਨਾਨਕ ਦੀ। ਬਾਬੇ ਨਾਨਕ ਨੇ 20 ਰੁਪਈਆਂ ਦਾ ਸੌਦਾ ਕਰਕੇ ਇੱਕ ਸੱਚ ਦੀ ਹੱਟ ਖੋਲ ਦਿੱਤੀ ਤੇ ਸਾਧ ਸੰਗਤ ਉਹ 20 ਦਾ ਲੰਗਰ ਅੱਜ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਅਤੁੱਟ ਵਰਤ ਰਹੇ। ਕਬੀਰ ਸਾਹਿਬ ਨੇ ਸੌਦਾ ਦੇ ਦਿੱਤਾ ਉਹ ਸਾਰਾ ਥਾਨ ਸੰਗਤ ਜੀ ਕਹਿੰਦੇ ਉਹ ਥਾਨ ਹੀ ਮਹਾਤਮਾ ਨੂੰ ਦੇ ਦਿੱਤਾ। ਹੁਣ ਘਰ ਨਾ ਜਾਣ ਜਾਂਦੇ, ਡਰਦੇ ਆ ਮਾਂ ਦੀਆਂ ਝੜਕਾਂ ਤੋਂ, ਘਰ ਨਹੀਂ ਗਏ ਤੇ ਸਾਧ ਸੰਗਤ ਕਹਿੰਦੇ ਇੱਕ ਨਦੀ ਦੇ ਕਿਨਾਰੇ ਤੇ ਜਾ ਕੇ ਬਹਿ ਗਏ ਚੌਂਕੜਾ ਮਾਰ ਕੇ। ਨਦੀ ਕਿਨਾਰੇ ਰੁਕੜਾ ਕੁਚਰ ਬੰਨ੍ਹੈ ਧੀਰ। ਨਦੀ ਦੇ ਕਿਨਾਰੇ ਤੇ ਬੈਠੇ ਆ ਕਬੀਰ ਸਾਹਿਬ, ਚੌਂਕੜਾ ਮਾਰਿਆ ਹੋਇਆ। ਬਾਉ ਨਿਰੰਕਾਰ ਦੇ ਚਰਨਾਂ ਨਾਲ ਜੁੜ ਕੇ ਅਰਦਾਸ ਕਰਦੇ ਐ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੇ ਗਰੀਬਰੇ ਦੀ ਲਾਜ ਰੱਖਣਾ। ਤੁਸੀਂ ਰੱਖਦੇ ਆਏ ਹੋ ਲਾਜ, ਮੇਰੀ ਵੀ ਲਾਜ ਰੱਖਣੀ। ਤੇ ਸਾਧ ਸੰਗਤ ਹੁਣ ਅਰਦਾਸ ਹੋ ਰਹੀ ਹੈ ਭਗਤ ਦੀ ਪਰਮਾਤਮਾ ਦੇ ਚਰਨਾਂ 'ਚ। ਇਹ ਮਾਲਕਾ ਅਸੀਂ ਤੇ ਤੇਰੇ ਗੁਣ ਗਾਉਂਦੇ ਆ, ਅਸੀਂ ਤੇ ਕਹਿੰਦੇ ਆ ਵੀ ਉਹ ਪਰਮਾਤਮਾ ਭਗਤਾਂ ਦੇ ਕਾਜ ਸਵਾਰਦਾ ਹੈ। ਮਾਲਕ ਜੀ ਜੇ ਅੱਜ ਤੂੰ ਸਹਾਈ ਨਾ ਹੋਇਆ ਇਹ ਤੇਰੇ ਬਿਰਧ ਬਾਣੇ ਨੂੰ ਲਾਜ ਲੱਗ ਜਾਣੀ ਹੈ, ਲਾਜ ਲੱਗ ਜੂ। ਪਰਮਾਤਮਾ ਕਿਰਪਾ ਕਰੋ। ਜਦ ਫਿਰ ਸੇਵਕ ਯਾਦ ਕਰਦਾ ਨੇ ਭਗਵਾਨ ਨੂੰ ਕਹਿੰਦੇ ਆਉਣਾ ਪੈਂਦਾ ਹੈ। ਐਵੇਂ ਤਾਂ ਨਹੀਂ ਪੱਥਰਾਂ 'ਚ ਪਾ ਲਿਆ, ਉਹ ਪਿਆਰ ਸੀ। ਭਗਤ ਧੰਨਾ ਜੀ ਵਰਗੇ ਨੇ ਗੁਰੂ ਘਰ ਦੇ ਵਿੱਚ ਸਾਧ ਸੰਗਤ ਮਾਣ ਹਾਸਲ ਕੀਤਾ। ਭਗਤ ਧੰਨਾ ਜੀ ਵਰਗੀ ਸੇਵਾ ਵੀ ਕਰ ਸਕਦਾ। ਪੰਡਤ ਠਾਕਰਾਂ ਨੂੰ ਪੂਜਦਾ ਹੈ। ਇੱਕ ਸਿੱਧਾ ਸਾਦਾ ਜੱਟ ਜਾ ਕੇ ਪੁੱਛਦਾ ਪੰਡਤ ਜੀ ਇਹ ਕੀ ਕਰਦੇ ਹੋ? ਕਹਿੰਦਾ ਵੀ ਮੈਂ ਠਾਕਰਾਂ ਨੂੰ ਭੋਗ ਲਵਾਉਣਾ ਹੈ। ਕਹਿੰਦਾ ਵੀ ਠਾਕਰ ਭੋਗ ਛਕਦੇ ਆ ਭੋਜਨ? ਕਹਿੰਦਾ ਜੀ ਹਾਂ ਛਕਦੇ ਆਪ ਛਕਦੇ ਆ। ਕਹਿੰਦਾ ਹਾਂ ਬਿਲਕੁਲ ਛਕਦੇ ਆ। ਕਹਿੰਦਾ ਫਿਰ ਮੈਨੂੰ ਵੀ ਦੇ ਦੇ, ਮੈਂ ਵੀ ਚਾਹੁੰਦਾ, ਮੈਂ ਵੀ ਚਾਹੁੰਦਾ ਵੀ ਠਾਕੁਰ ਭਗਵਾਨ ਮੇਰੇ ਘਰ ਆ ਕੇ ਭੋਜਨ ਛਕੇ। ਹੁਣ ਪੰਡਤ ਦੇ ਸਾਧ ਸੰਗਤ ਉਤੇ ਰੀਤ ਮੁਤਾਬਕ ਚੱਲਦਾ ਸੀ, ਅੰਦਰ ਥੋੜੀ ਪਿਆਰ ਸੀ। ਭਗਤ ਧੰਨਾ ਜੀ ਉਹਦੇ ਗਾਲ ਪੈ ਜਾਂਦੇ ਵੀ ਜਿੰਨਾ ਚਿਰ ਦੰਦਾ ਨਹੀਂ ਠਾਕੁਰ ਉਹਨਾਂ ਚਿਰ ਮੈਂ ਨਹੀਂ ਜਾਂਦਾ। ਕਹਿੰਦੇ ਸਾਈਡ ਤੇ ਪਿਆ ਕੇ ਲਿਬੜਿਆ ਹੋਇਆ ਪੱਥਰ ਦਾ ਟੁਕੜਾ ਚੱਕ ਕੇ ਦੇ ਦਿੱਤਾ। ਲੈ ਧੰਨਿਆ ਆ ਲੈ ਜਾ ਠਾਕੁਰ। ਕਹਿੰਦਾ ਜੀ ਇਹ ਮੇਰੇ ਕਾਰਜ ਵੀ ਸਵਾਰੂ? ਕਹਿੰਦਾ ਬਿਲਕੁਲ ਸਵਾਰੂ। ਭੋਗ ਵੀ ਲਾਊਗਾ? ਕਿ ਹਾਂ ਲਾਊਗਾ। ਭੋਲੇ ਭਾਈ ਮਿਲੇ ਰਘੁਰਾਇਆ, ਭੋਲਾ ਸੀ ਭਗਤ ਧੰਨਾ। ਕਹਿੰਦੇ ਜਾ ਕੇ ਠਾਕੁਰ ਨੂੰ ਘਰੇ ਨਵਾਇਆ, ਸੁੰਦਰ ਵਸਤਰ ਦੇ ਵਿੱਚ ਲਪੇਟਿਆ, ਧੂਪ ਬੱਤੀ ਜੋਤ ਜਗਾ ਕੇ ਬੈਠਾ ਭਗਤ। ਮਾਂ ਨੂੰ ਕਹਿ ਦਿੱਤਾ ਮਾਂ ਪ੍ਰਸ਼ਾਦਾ ਤਿਆਰ ਕਰ ਲੈ, ਆਪਣੇ ਘਰ 'ਚ ਠਾਕੁਰ ਆਇਆ ਆਪਾਂ ਭੋਗ ਲਵਾਉਣਾ। ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਬੇਨਤੀ ਕਰਦਾ ਹੈ ਲਓ ਠਾਕੁਰ ਜੀ ਆਓ ਕਰੋ ਕਿਰਪਾ, ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣਾ ਅਵਗੁਣਾ ਵਿਚਾਰਿਓ ਕੋਈ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ। ਕਰਕੇ ਤਾਂ ਦੇਖੀ ਅਰਦਾਸ ਅੱਜ ਵੀ ਪੂਰਨ ਹੁੰਦੀ ਹੈ ਭਾਈ, ਅੱਜ ਵੀ ਕਿਰਪਾ ਉਹਨਾਂ ਤੇ ਹੁੰਦੀ ਹੈ। खुदा मंजूर करता है दुआ जब दिल से होती है, पर मुश्किल तो ये है जो बड़ी मुश्किल से होती है। अरदास कहते ਆਪਾਂ ਸਾਰੀ ਦਿੰਨੇ, ਪਰ ਬਿਰਲੇ ਨੇ ਜਿਹੜੇ ਮਾਲਕ ਦੇ ਚਰਨਾਂ 'ਚ ਭਿੱਜ ਕੇ ਦਿਲੋਂ ਅਰਦਾਸ ਕਰਦੇ। ਸਾਧ ਸੰਗਤ ਜੀ ਬਹਿ ਗਿਆ, ਕਹਿੰਦਾ ਲਓ ਭਗਵਾਨ ਦੀ ਪ੍ਰਸ਼ਾਦਾ ਤਿਆਰ ਹੈ, ਛਕੋ ਆ ਕੇ। ਘੰਟਾ ਲੱਗਿਆ, 2 ਘੰਟੇ ਲੱਗੇ। ਕਹਿੰਦਾ ਭਗਵਾਨ
ਉਹ ਪੰਡ ਕਿਤੇ ਤੈਨੂੰ ਜ਼ਿਆਦਾ ਚੋਪੜੀਆਂ ਸਿਖਾਉਂਦਾ ਸੀ ਵੀ ਮੇਰਾ ਰੁੱਖਾ ਪ੍ਰਸ਼ਾਦਾ ਨਹੀਂ ਤੈਨੂੰ ਪਸੰਦ ਆਉਂਦਾ। ਉਹ ਤੈਨੂੰ ਵਧੀਆ ਬਣਾ ਕੇ ਛਕਾਉਂਦਾ ਹੋਵੇਗਾ ਤਾਂ ਹੀ ਨਹੀਂ ਆਉਂਦਾ ਛਕਣ ਵਾਸਤੇ। ਤਰ੍ਹਾਂ ਤਰ੍ਹਾਂ ਦੇ ਤਾਨੇ ਦਿੰਦੇ ਆ ਭਗਤ ਸਾਹਿਬ, ਕਹਿੰਦੇ ਭਗਵਾਨ ਜੇ ਨਹੀਂ ਆਉਂਦਾ ਖਾਂਦਾ ਮੈਂ ਵੀ ਨਹੀਂ। ਤੇ ਸਾਧ ਸੰਗਤ ਕਈ ਘੰਟੇ ਲੰਘ ਕੇ ਸਾਰੀ ਦਿਹਾੜੀ ਲੰਘ ਗਈ, ਰਾਤ ਵੀ ਲੰਘ ਜਾਂਦੀ ਹੈ, ਕਹਿੰਦੇ ਏਦਾਂ ਹੀ ਬੈਠਾ ਭੁੱਖਣ ਭਾਣੇ ਰੱਬ ਦਾ ਪਿਆਰਾ। ਆਖਰਕਾਰ ਫਿਰ ਭਗਤ ਦੀ ਹੱਥ ਅੱਗੇ ਨਾ ਭਗਵਾਨ ਨੂੰ ਕਹਿੰਦੇ ਪ੍ਰਗਟ ਹੋਣਾ ਪਿਆ, ਪ੍ਰਗਟ ਹੋਣਾ ਪਿਆ। ਕਹਿੰਦਾ ਹੁਣ ਜਦੋਂ ਭਗਵਾਨ ਜੀ ਆਏ ਪ੍ਰਗਟ ਹੋਏ, ਉਹੀ ਰੁੱਖਾ ਪ੍ਰਸਾਦਾ ਕਹਿੰਦਾ ਤੈਨੂੰ ਵੀ ਇਹੀ ਛਕਣਾ ਪੈਣਾ, ਮੈਂ ਵੀ ਇਹੀ ਛਕੂ। ਜਿਵੇਂ ਲਾਲੋ ਤਰਖਾਨ ਦੇ ਜਾ ਕੇ ਕੋਧਰੇ ਦਾ ਪ੍ਰਸ਼ਾਦਾ ਛਕਿਆ ਸੀ ਨਾ ਭਗਵਾਨ ਨੇ, ਏਦਾਂ ਹੀ ਭਗਤ ਧੰਨੇ ਦੇ ਘਰ ਸਾਧ ਸੰਗਤ ਵਿਆਹ ਪ੍ਰਸ਼ਾਦਾ ਛਕਿਆ। ਅਕਾਲ ਪੁਰਖ ਪਰਮਾਤਮਾ ਨੇ ਪਿਆਰ ਦਾ ਬੰਨਿਆ ਹੋਇਆ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਆ ਨਾ ਬਾਣੀ ਵਿੱਚ, ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੁੱਟੈ ਮੋਹੇ। ਕਹਿੰਦਾ ਹੇ ਭਗਵਾਨ ਤੇਰੀ ਬੰਦੀ ਹੋਈ, ਤੇਰਾ ਕੀਤਾ ਹੋਇਆ ਉਹ ਅਸੀਂ ਤੈਨੂੰ ਅਰਦਾਸ ਕਰਕੇ ਉਹ ਮਨਾ ਸਕਦੇ ਹਾਂ। ਤੇਰਾ ਬੰਨਿਆ ਹੋਇਆ ਅਸੀਂ ਖਲਾ ਲਵਾਂਗੇ। ਹੇ ਭਗਵਾਨ ਜਦੋਂ ਅਸੀਂ ਤੈਨੂੰ ਬੰਨ ਦਿੱਤਾ ਫਿਰ ਤੂੰ ਕਿਵੇਂ ਛੁੱਟੇਗਾ, ਤੂੰ ਕਿੱਦਾਂ ਛੁੱਟੇਗਾ? ਭਾਵ ਵੀ ਸਾਡਾ ਬੰਨਿਆ ਹੋਇਆ ਤੂੰ ਛੁੱਟ ਨਹੀਂ ਸਕਦਾ। ਭਗਵਾਨ ਨੇ ਸਾਧ ਸੰਗਤ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਤੋਂ ਉੱਚਾ ਦਰਜਾ ਦਿੱਤਾ ਸੰਗਤ ਨੂੰ। ਤਾਈਓ ਆਖਿਆ ਨਾ ਵੀ ਹੇ ਭਗਵਾਨ ਅਸੀਂ ਤਾਂ ਪਿਆਰ ਨਾਲ ਤੈਨੂੰ ਬੰਨ ਲਵਾਂਗੇ, ਤੂੰ ਕਿਵੇਂ ਛਡਾਏਗਾ ਸਾਡਾ ਬੰਨਿਆ ਹੋਇਆ? ਤੇਰਾ ਬੰਨਿਆ ਹੋਇਆ ਅਸੀਂ ਪਿਆਰ ਨਾਲ ਛਡਾ ਲਵਾਂਗੇ, ਮਿੰਨਤਾਂ ਕਰਕੇ, ਤਰਲੇ ਕਰਕੇ, ਅਰਦਾਸਾਂ ਕਰਕੇ, ਤੂੰ ਕਿਵੇਂ ਛਡਾਏਗਾ? ਐਸੀ ਅਵਸਥਾ ਧਾਰਨ ਕਰੀਏ ਪਿਆਰ। ਭਗਤ ਕਬੀਰ ਸਾਹਿਬ ਬੈਠੇ ਆ ਕਿਨਾਰੇ ਤੇ ਨਦੀ ਦੇ, ਉਧਰ ਕਾਰਜ ਦਾ ਦਿਨ ਹੈ, ਰੱਬ ਦਾ ਪਿਆਰਾ ਚੌਕੜਾ ਮਾਰ ਕੇ ਬੈਠਾ ਹੈ। ਕਹਿੰਦੇ ਅੱਜ ਨਾ ਫਿਰ ਭਗਵਾਨ ਨੂੰ ਆਪ ਕਬੀਰ ਦਾ ਰੂਪ ਧਾਰਨ ਕਰਨਾ ਪਿਆ। ਕਹਿੰਦੇ ਕਬੀਰ ਦਾ ਰੂਪ ਧਾਰਨ ਕੀਤਾ, ਸੋਹਣੇ ਦੁਸ਼ਾਲੇ ਪਾਏ, ਸੁੰਦਰ ਚੋਲਾ ਪਾਇਆ, ਤੇ ਸਾਧ ਸੰਗਤ ਭਗਤਾਂ ਦਾ ਬੰਨਿਆ ਹੋਇਆ ਰੱਬ ਗੱਡੇ ਤੇ ਆਪ ਰਾਸ਼ਨ ਪਾਣੀ ਲੱਦ ਕੇ, ਧੀ ਦੇ ਵਿਆਹ ਦਾ ਸਮਾਨ ਲੱਦ ਕੇ, ਕੱਪੜਾ ਲੀੜਾ ਜੋ ਵੀ ਸੀ, ਭਗਵਾਨ ਕਹਿੰਦੇ ਆਪ ਗੱਡੇ ਭਰ ਕੇ ਤੁਰ ਪਿਆ। ਪਿਆਰਿਓ ਐਦਾਂ ਹੁੰਦੀ ਹੈ ਕਿਰਪਾ। ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ, ਰੱਬ ਬਸ ਭਗਤਾਂ ਨੇ ਉਹ ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਪ੍ਰੇਮ ਦੀਆਂ ਜੀ ਪਾ ਕੇ ਡੋਰੀਆਂ, ਪ੍ਰੇਮ ਦੀਆਂ ਜੀ ਪਾ ਕੇ ਡੋਰੀਆਂ। ਓ ਪ੍ਰੇਮ ਦੀਆਂ ਜੀ ਪਾ ਕੇ ਡੋਰੀਆਂ, ਪ੍ਰੇਮ ਦੀਆਂ ਜੀ ਪਾ ਕੇ ਡੋਰੀਆਂ। ਪ੍ਰੇਮ ਦੀਆਂ ਜੀ ਪਾ ਕੇ ਡੋਰੀਆਂ, ਪ੍ਰੇਮ ਦੀਆਂ ਜੀ ਪਾ ਕੇ ਡੋਰੀਆਂ। ਬਸ ਭਗਤਾਂ ਨੇ ਕੀਤਾ, ਭਗਤਾਂ ਨੇ ਵਾਸ ਕੀਤਾ, ਰੱਬ ਭਗਤਾਂ ਨੇ ਵਾਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਰੱਬ ਬਸ ਭਗਤਾਂ
ਪ੍ਰੇਮ ਦੀਆਂ ਪਾ ਕੇ ਡੋਰੀਆਂ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਉਹ ਬਿਰਧ ਰੱਖਦਾ ਬਸ ਕੀਤਾ ਭਗਤਾਂ ਨੇ ਪਿਆਰ ਦੇ ਵਿੱਚ ਉਸ ਪਰਮਾਤਮਾ ਨੂੰ ਰੱਬ ਨੂੰ ਬੰਨਿਆ। ਕਬੀਰ ਦਾ ਰੂਪ ਧਾਰਨ ਕਰਕੇ ਕਹਿੰਦੇ ਜਾ ਕੇ ਦਰਵਾਜ਼ਾ ਖੜਕਾਤਾ। ਅੱਗੋਂ ਮਾਂ ਆਉਂਦੀ ਹੈ। ਜਦੋਂ ਮਾਂ ਨੇ ਆ ਕੇ ਵੇਖਿਆ ਨਾ ਵੀ ਕਬੀਰ ਖੜਾ ਹੈ ਗੱਡੇ ਲੱਦੇ ਹੋਏ, ਇਹ ਤੇ ਗੱਡੇ ਭਰੀ ਫਿਰਦਾ, ਮਾਂ ਹੈਰਾਨ ਹੋ ਗਈ। ਕਬੀਰ ਸਾਹਿਬ ਅਕਾਲ ਪੁਰਖ ਪਰਮਾਤਮਾ ਉਹਨਾਂ ਦਾ ਰੂਪ ਧਾਰਨ ਕਰਕੇ ਗੱਡੇ ਤੇ ਬੈਠਾ। ਉਹ ਮਾਂ ਜਿਹਨੇ ਜਦੋਂ ਵੇਖਿਆ ਨਾ ਵੀ ਕਬੀਰ ਖੜਾ ਬਾਹਰ, ਦਰਵਾਜ਼ਾ ਖੋਲ ਦਿੱਤਾ। ਮਾਂ ਦਰਵਾਜ਼ਾ ਖੋਲੋ। ਮਾਂ ਆਈ, ਜਦੋਂ ਵੇਖਿਆ ਵੀ ਗੱਡਿਆਂ ਤੇ ਸਮਾਨ ਲੱਦਿਆ ਹੋਇਆ, ਹੈਰਾਨ ਹੋ ਗਈ ਮਾਂ। ਮਾਂ ਪੁੱਛਦੀ ਹੈ ਕਬੀਰਾ ਇਹ ਕਿੱਥੋਂ ਲਾਇਆ ਤੂੰ, ਇੰਨੇ ਗੱਡੇ ਭਰੀ ਫਿਰਦਾ? ਉਹ ਕਹਿੰਦਾ ਮਾਂ ਉਹ ਜਿਹੜਾ ਤੂੰ ਥਾਨ ਦਿੱਤਾ ਸੀ ਨਾ, ਥਾਨ ਵੇਚਣ ਵਾਸਤੇ, ਉਹ ਥਾਨ ਇੰਨਾ ਮਹਿੰਗਾ ਵਿਕ ਗਿਆ ਵੀ ਉਹ ਤੇਰੇ ਦਿੱਤੇ ਹੋਏ ਥਾਨ ਦੇ ਆ ਇੰਨਾ ਸਮਾਨ ਆ ਗਿਆ, ਇਹ ਉਸੇ ਥਾਨ ਦਾ ਕਹਿੰਦਾ। ਮਾਂ ਕਹਿੰਦੀ ਅੱਛਾ? ਕਹਿੰਦਾ ਵਪਾਰੀ ਉਹ ਇਹੋ ਜਿਹਾ ਮਿਲ ਗਿਆ ਮਾਤਾ, ਵਪਾਰੀ ਉਹ ਇਹੋ ਜਿਹਾ ਮਿਲ ਗਿਆ ਮਹਿੰਗਾ, ਉਹਨੇ ਮਹਿੰਗੇ ਪਾ ਖਰੀਦ ਲਿਆ। ਮਾਂ ਕਹਿੰਦੀ ਅੱਛਾ। ਸਾਰਾ ਸਮਾਨ ਟਿਕਾਣੇ ਤੇ ਲਾ ਦਿੱਤਾ। ਗੱਲ ਮੁਕਾਓ ਵੀ ਵਿਆਹ ਦੇ ਦਿਨ ਬਰਾਤ ਦਾ ਟਿਕਾ ਹੁੰਦਾ ਹੈ। ਬਰਾਤ ਪਹੁੰਚਦੀ ਹੈ ਬੂਹੇ ਤੇ ਸਾਧ ਸੰਗਤ ਉਹ ਭਗਵਾਨ ਕਬੀਰ ਸਾਹਿਬ ਦਾ ਰੂਪ ਧਾਰਨ ਕੀਤਾ ਹੋਇਆ ਆਪ ਫਿਰਦੇ ਆ ਸਾਰੇ ਕਾਰਜ ਦੇ ਵਿੱਚ, ਸਾਰੀ ਸੇਵਾ ਆਪ ਨਿਭਾਈ, ਸਾਰਾ ਕਾਰਜ ਨਿਰਵਿਘਨ ਸੰਪੂਰਨ ਹੋਇਆ। ਤੇ ਸਾਧ ਸੰਗਤ ਜਦੋਂ ਸ਼ਾਮ ਪੈ ਗਈ ਧੀ ਨੂੰ ਵਿਦਾ ਕੀਤਾ। ਧੀ ਨੂੰ ਵਿਦਾ ਕਰਨ ਤੋਂ ਬਾਅਦ ਸਾਰੇ ਰਿਸ਼ਤੇਦਾਰ ਸੰਬੰਧੀ ਬਾਅਦ ਵਿੱਚ ਫਿਰ ਇਕੱਠੇ ਹੋ ਕੇ ਗੱਲਾਂ ਕਰਦੇ ਆ। ਹੁਣ ਪਤਾ ਹੀ ਹੁੰਦਾ ਰਿਸ਼ਤੇਦਾਰਾਂ ਨੂੰ ਵੀ ਸਾਡਾ ਰਿਸ਼ਤੇਦਾਰ ਕਿੰਨੇ ਕੁ ਯੋਗ ਹੈ। ਕਹਿੰਦੇ ਮਾਂ ਇਹ ਕੰਮ ਤਾਂ ਕਰਦਾ ਨਹੀਂ ਸੀ ਕੋਈ, ਇਹ ਵਿਆਹ ਵੀ ਬਹੁਤ ਸੋਹਣਾ ਹੋ ਗਿਆ। ਇਲਾਕੇ ਦੇ ਵਿੱਚ ਗੱਲਾਂ ਹੁੰਦੀਆਂ ਨੇ ਵੀ ਕਬੀਰ ਨੇ ਆਪਣੀ ਧੀ ਦਾ ਵਿਆਹ ਵੇਖੋ ਕਿੰਨਾ ਸੋਹਣਾ ਕੀਤਾ। ਫਿਰ ਸਾਧੂ ਮਹਾਤਮਾ ਵੀ ਆਏ, ਉਹਨਾਂ ਦਾ ਵੀ ਸਤਿਕਾਰ ਕੀਤਾ। ਸਾਰੇ ਪਾਸੇ ਚਰਚਾ ਹੋਈ ਹੈ ਕਬੀਰ ਸਾਹਿਬ ਹੋਈ ਪਈ ਹੈ। ਕਹਿੰਦੇ ਮਾਤਾ ਇਹ ਆਪਣਾ ਕਬੀਰ ਤੇ ਵਿਹਲਾ ਤੇ ਰਹਿੰਦਾ ਹੈ, ਇਹ ਇੰਨਾ ਹੀ ਪੈਸਾ ਕਿੱਥੋਂ ਲਿਆਇਆ? ਪੁੱਛੋ ਤਾਂ ਸੀ। ਮਾਂ ਨੇ ਬੁਲਾਇਆ। ਇਹ ਗੱਲਾਂ ਉਦੋਂ ਹੀ ਹੋਣ ਲੱਗੀਆਂ ਸੀ ਧੀ ਨੂੰ ਤੋਰਨ ਤੋਂ ਬਾਅਦ। ਮਾਂ ਕਹਿੰਦੀ ਪੁੱਤ ਕਬੀਰਾ ਗੱਲ ਸੁਣ। ਇਹ ਆਏ, ਕਹਿੰਦੇ ਹਾਂ ਮਾਤਾ ਦੱਸੋ। ਪੁੱਤਰਾ ਸਰੀਕੇ ਵਾਲੇ ਕਬੀਲੇ ਵਾਲੇ ਸਾਰੇ ਪੁੱਛਦੇ ਆ ਵੀ ਕਬੀਰ ਨੇ ਕਿਤੇ ਕੋਈ ਕਰਜ਼ਾ ਕੁਰਜ਼ਾ ਤਾਂ ਨਹੀਂ ਚੁੱਕਿਆ, ਜਾਂ ਕਿਤੇ ਚੋਰੀ ਕਰਕੇ ਤਾਂ ਨਹੀਂ ਲੈ ਕੇ ਆਇਆ? ਪੁੱਤਰ ਮੈਨੂੰ ਪੁੱਛਦੇ ਆ, ਮੈਂ ਕੀ ਦੱਸਾਂ? ਇਹ ਪੈਸਾ ਆਇਆ ਕਿੱਥੋਂ ਹੈ? ਇਹ ਤੂੰ ਇੰਨਾ ਕੁਝ ਜੋ ਕੀਤਾ ਹੈ ਕਿੱਥੋਂ ਕੀਤਾ? ਪੁੱਤ ਹੋਇਆ ਤੇ ਬਹੁਤ ਸੋਹਣਾ ਹੈ, ਪਰ ਰਿਸ਼ਤੇਦਾਰ ਕਹਿੰਦੇ ਵੀ ਕਿਤੇ ਐਵੇਂ ਚੋਰੀ ਤਾਂ ਨਹੀਂ ਕਰ ਆਇਆ, ਕਿਤੇ ਫਸ ਨਾ ਜਾਵੇ, ਫਿਕਰ ਹੈ। ਕਬੀਰ ਸਾਹਿਬ ਕਹਿੰਦੇ ਮਾਂ ਹੁਣ ਤੇ ਸ਼ਾਮ ਹੋ ਗਈ ਹੈ, ਮੈਂ ਥੱਕਿਆ ਹੋਇਆ, ਆਪਾਂ ਕੱਲ ਨੂੰ ਗੱਲ ਕਰਾਂਗੇ, ਸਵੇਰੇ ਦੱਸਾਂਗੇ ਆਪਾਂ ਸਾਰਿਆਂ ਨੂੰ। ਸਵੇਰੇ ਹਿਸਾਬ ਕਿਤਾਬ ਲਾ ਕੇ ਦੱਸ ਦਾਂਗੇ ਵੀ ਕਿੱਥੋਂ ਆਇਆ ਸਾਰਾ ਕੁਝ। ਮਾਤਾ ਕਹਿੰਦੀ ਠੀਕ ਹੈ ਪੁੱਤਰ, ਆਰਾਮ ਵੀ ਕਰਨਾ ਚਾਹੀਦਾ, ਤੂੰ ਭੱਜਿਆ ਨੱਠਾ ਫਿਰਿਆ ਰਿਹਾ ਬਹੁਤ। ਸਾਧ ਸੰਗਤ ਜੀ ਕਹਿੰਦੇ ਆਰਾਮ ਕਰਨ ਲੱਗ ਪਏ। ਮਾਂ ਨੇ ਕਹਿ ਦਿੱਤਾ ਵੀ ਕਬੀਰੇ ਨੂੰ ਆਰਾਮ ਕਰਨ ਦੋ, ਕਿਸੇ ਨੇ ਉਠਾਉਣਾ ਨਹੀਂ, ਆਪਣੇ ਆਪ ਦਿਨ ਚੜ੍ਹੇ ਉੱਠ ਖੜੇਗਾ। ਸਾਰੀ ਰਾਤ ਪਏ ਰਹੇ, ਦਿਨ ਚੜ੍ਹਿਆ। ਮਾਂ ਗਈ ਵੀ ਹੁਣ ਤੇ ਠਾਲਦਾ, ਹੁਣ ਤੇ ਦਿਨ ਚੜ੍ਹ ਗਿਆ ਚਿੱਟਾ। ਆਵਾਜ਼ਾਂ ਮਾਰਦੀ ਹੈ ਮਾਂ, ਉਹ ਪੁੱਤ ਕਬੀਰਿਆ ਉੱਠ, ਉਹ ਗੋਡੇ ਗੋਡੇ ਸੂਰਜ ਚੜਿਆ ਪਿਆ, ਜੇ ਸੁੱਤਾ ਹੀ ਪਿਆ। ਐਦਾਂ ਹੀ ਕਹਿੰਦੀ ਮਾਂ ਅੰਦਰ ਕਮਰੇ 'ਚ ਚਲੀ ਗਈ। ਜਦੋਂ ਕਮਰੇ 'ਚ ਗਈ ਉੱਥੇ ਜਾ ਕੇ ਵੇਖਿਆ ਜਿਹੜੇ ਪਲੰਗ ਤੇ ਜਿਹੜੇ ਬੈੱਡ ਤੇ ਕਬੀਰ ਸਾਹਿਬ ਸੁੱਤੇ ਸਨ, ਉਹ ਬੈੱਡ ਖਾਲੀ ਪਿਆ, ਕਬੀਰ ਸਾਹਿਬ ਹੈ ਨਹੀਂ। ਮਾਂ ਦੇਖਦੀ ਹੈ, ਇੱਧਰ ਉੱਧਰ ਪੁੱਛਦੀ ਹੈ ਰਿਸ਼ਤੇਦਾਰੋਂ, ਕਬੀਰ ਤਾਂ ਨਹੀਂ ਦੇਖਿਆ ਕਿਸੇ ਨੇ ਉੱਠਿਆ? ਮੈਂ ਤੇ ਦੇਖਿਆ ਨਹੀਂ, ਕਿੱਧਰ ਚਲਾ ਗਿਆ ਉੱਠ ਕੇ?
ਕਿਸੇ ਨੇ ਬਾਹਰ ਜਾਂਦਾ ਵੀ ਨਹੀਂ ਵੇਖਿਆ, ਗਿਆ ਕਿੱਥੇ? ਤੇ ਸਾਧ ਸੰਗਤ ਰਿਸ਼ਤੇਦਾਰਾਂ ਵਿੱਚ ਵੀ ਇਹ ਗੱਲ ਹੋ ਗਈ। ਕਈ ਤਾਂ ਫਿਰ ਮਾਂ ਨੂੰ ਕਹਿਣ ਲੱਗ ਪਏ, ਕਹਿੰਦੇ ਮਾਂ ਤੂੰ ਕਾਹਨੂੰ ਪੁੱਛਣਾ ਸੀ? ਮਾਂ ਕਹਿੰਦੀ ਵੀ ਪੁੱਤਰ ਇੰਨਾ ਗੁੱਸਾ ਕਰ ਜਾਏਗਾ ਮੈਂ ਤੇ ਸੋਚਿਆ ਹੀ ਨਹੀਂ ਸੀ, ਨਾਲੇ ਮੈਂ ਤੇ ਪੁੱਛਿਆ ਹੀ ਸੀ ਵੀ ਪੁੱਤਰਾ ਸਰੀਕੇ ਵਾਲੇ ਪੁੱਛਦੇ ਵੀ ਇੰਨਾ ਪੈਸਾ ਕਿੱਥੋਂ ਆਇਆ, ਇੰਨੀ ਕੁ ਗੱਲ ਦਾ ਗੁੱਸਾ। ਸਾਰੇ ਲੱਭਣ ਲੱਗ ਪਏ ਨਗਰ ਵਿੱਚ, ਦੇਖਿਆ ਇੱਧਰ ਉੱਧਰ ਕਬੀਰ ਸਾਹਿਬ ਨਾਮ ਮਿਲੇ। ਆਪਣੇ ਬੱਚੇ ਦੀ ਬਾਰੇ ਨਾ ਮਾਂ ਜ਼ਿਆਦਾ ਸਮਝਦੀ ਹੁੰਦੀ ਹੈ ਵੀ ਕਿੱਦਾਂ ਦਾ। ਮਾਂ ਪਤਾ ਕੀ ਕਹਿੰਦੀ? ਕਹਿੰਦੀ ਆਇਆ ਕਰੋ ਵੀ ਹੁਣ ਕਿਤੋਂ ਨਹੀਂ ਲੱਭਿਆ ਕਦੇ ਨਾ। ਕਹਿੰਦੀ ਮੈਨੂੰ ਪਤਾ ਵੀ ਜਦੋਂ ਰੁੱਸਦਾ ਹੈ ਨਾ, ਜਦੋਂ ਰੁੱਸਦਾ ਹੈ ਉਹ ਨਦੀ ਤੇ ਜਾ ਕੇ ਬਹਿੰਦਾ ਹੁੰਦਾ। ਚਲੋ ਆਪਾਂ ਉੱਥੇ ਵੇਖਦੇ ਕਦੇ। ਜਦੋਂ ਉੱਥੇ ਗਏ ਤੇ ਸਾਧ ਸੰਗਤ ਉੱਥੇ ਨਦੀ ਦੇ ਕਿਨਾਰੇ ਤੇ ਬੈਠੇ ਆ, ਕਬੀਰ ਸਾਹਿਬ ਚੌਂਕੜਾ ਮਾਰਿਆ ਹੋਇਆ। ਮਾਂ ਚਲੀ ਗਈ, ਆਵਾਜ਼ ਦਿੱਤੀ ਪੁੱਤ ਕਬੀਰਿਆ ਉਹ ਇੰਨਾ ਗੁੱਸਾ? ਪੁੱਤਰ ਮੈਂ ਤੇਰੀ ਮਾਂ ਐ, ਮੈਂ ਤੈਨੂੰ ਪੁੱਛ ਸਕਦੀ ਆ, ਉਹ ਤੂੰ ਇੰਨਾ ਕਿ ਪੁੱਛਣ ਦਾ ਐਡਾ ਵੱਡਾ ਗੁੱਸਾ ਕਰਕੇ ਇੱਥੇ ਆ ਕੇ ਬਹਿ ਗਿਆ। ਕਬੀਰ ਸਾਹਿਬ ਨੇ ਨੇਤਰ ਖੋਲੇ, ਮਾਂ ਖੜੀ ਹੈ ਅੱਗੇ, ਰਿਸ਼ਤੇਦਾਰ ਤੇ ਹੋਰ ਨਗਰ ਨਿਵਾਸੀ ਖੜੇ ਆ। ਹੈਰਾਨ ਹੋ ਗਿਆ ਤੇ ਸਾਧ ਸੰਗਤ ਕਹਿੰਦਾ ਮਾਂ ਕੀ ਗੱਲ ਹੋ ਗਈ? ਉਹ ਕਹਿੰਦੀ ਮੈਨੂੰ ਪੁੱਛਦਾ ਵੀ ਕੀ ਗੱਲ ਹੋ ਗਈ? ਪੁੱਛਣ ਤੇ ਮੈਂ ਤੈਨੂੰ ਆਈ ਆ ਪੁੱਤਰਾ ਵੀ ਕੀ ਗੱਲ ਹੋ ਗਈ, ਤੂੰ ਇੱਥੇ ਕਿਉਂ ਬਹਿ ਕੇ ਆ ਕੇ? ਮੈਂ ਤੇ ਤੈਨੂੰ ਇੱਕੋ ਹੀ ਗੱਲ ਪੁੱਛੀ ਸੀ ਵੀ ਪੈਸਾ ਕਿੱਥੋਂ ਆਇਆ, ਕਿੱਥੋਂ ਹੋਇਆ ਸਾਰਾ ਕਾਰਜ, ਇੰਨਾ ਕੁਝ ਤੂੰ ਕੀਤਾ। ਉਹ ਕਹਿੰਦਾ ਮਾਂ ਮੈਂ ਕੀਤਾ, ਕਾਰਜ ਹੋ ਗਿਆ। ਉਹ ਕਹਿੰਦੀ ਹੋਰ ਕੀ, ਹੁਣ ਤੇ ਰੁੱਸ ਕੇ ਇੱਥੇ ਬੈਠੇ ਆ ਕੇ ਸਾਰਾ ਕੰਮ ਤੇ ਤੂੰ ਕੀਤਾ। ਕਬੀਰ ਸਾਹਿਬ ਕਹਿੰਦੇ ਮਾਂ ਸੱਚੀ ਹੋ ਗਿਆ ਕਾਰਜ? ਕਹਿੰਦੀ ਹਾਂ ਹੁਣ ਕਰਕੇ ਸਾਰਾ ਕੁਝ। ਕਹਿੰਦੀ ਭੋਲਾ ਨਾ ਬਣ, ਮੈਂ ਤੈਨੂੰ ਜਾਣਦੀ ਆ, ਮੈਂ ਜਾਣਦੀ ਆ ਤੈਨੂੰ। ਸਾਧ ਸੰਗਤ ਕਹਿੰਦੇ ਕਬੀਰ ਸਾਹਿਬ ਕਹਿੰਦੇ ਆ ਮਾਂ ਮੈਂ ਨਹੀਂ ਸੀ ਉੱਥੇ। ਕਹਿੰਦੀ ਹੋਰ ਕੌਣ ਸੀ? ਮੇਰੀ ਅੱਖਾਂ ਧੋਖਾ ਥੋੜੀ ਖਾ ਸਕਦੀਆਂ, ਮੈਂ ਆਪਣੇ ਪੁੱਤ ਨੂੰ ਨਹੀਂ ਪਛਾਣਦੀ ਕਿਤੇ। ਭੋਲਾ ਨਾ ਬਣ, ਉੱਠ ਚੱਲ, ਕਹਿੰਦੇ ਤੁਰ ਨਾਲ ਮੇਰੇ। ਉਹ ਕਹਿੰਦਾ ਮਾਂ ਪਹਿਲਾਂ ਗੱਲ ਤੇ ਦੱਸ ਵੀ ਕੀ ਕਿਵੇਂ ਹੋਇਆ ਵਿਆਹ? ਉਹ ਕਹਿੰਦੀ ਸਾਰਾ ਕੁਝ ਆਪ ਕਰਕੇ ਐਦਾਂ ਨਹੀਂ ਕਰੀਦਾ, ਮਾਂ ਦੇ ਨਾਲ ਚਲਾਕੀ ਨਹੀਂ ਕਰੀਦੀ। ਪੁੱਤਰਾ ਤੂੰ ਭੱਜ ਭੱਜ ਕੇ ਝੂਠੇ ਬਰਤਨ ਚੁੱਕ ਚੁੱਕ ਕੇ ਧੋਂਦਾ ਰਿਹਾ, ਭੱਜ ਭੱਜ ਕੇ ਸਾਰਾ ਕੰਮ ਅੱਗੇ ਹੋ ਕੇ ਕਰਦਾ ਰਿਹਾ। ਕਬੀਰ ਸਾਹਿਬ ਨੇ ਕਹਿੰਦੇ ਹੱਥ ਜੋੜ ਲਏ, ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕਰ ਲੱਗਿਆ, ਹੇ ਭਗਵਾਨ ਇਹ ਗੱਲ ਤੇ ਮੈਂ ਸੁਣੀ ਸੀ ਵੀ ਤੂੰ ਆਪਣੇ ਪਿਆਰਿਆਂ ਦੇ ਆਪਣੇ ਭਗਤਾਂ ਦੇ ਕਾਰਜ ਸਵਾਰਦਾ ਹੈ, ਪਰ ਹੇ